ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ दी के हसी आवागे जरूर दादिए रखी दी के हसी आवागे जरूर दादिए। अगले दिन 11 ਪੋਹ ਦੇ ਦਿਨ ਸਵੇਰ ਨੂੰ ਪੇਸ਼ੀ ਹੁੰਦੀ ਹੈ। ਸੋ ਸੁੱਚਾ ਨੰਦ ਉਸ ਵੇਲੇ ਜਦੋਂ ਭੇਜਦਾ ਸਿਪਾਹ ਸਲਾਰ ਤੇ ਉਸ ਨਵਾਬ ਸਰਹੰਦ ਦੇ ਕੋਲ ਵਜ਼ੀਰ ਖਾਨ ਤੱਕ ਪਹੁੰਚਣਾ ਹੈ। ਬੜੀ ਕੀਮਤੀ ਗੱਲਾਂ ਇਤਿਹਾਸ ਦੇ ਵਿੱਚ ਜ਼ਿਕਰ ਕਰਦੇ ਨੇ। ਜਿਸ ਵੇਲੇ ਅੱਲਾ ਯਾਰ ਖਾਨ ਜੋਗੀ ਤੇ ਸੋਚਦੇ ਹਾਂ ਕਿ ਕਿਤਨਾ ਕੁ ਉਹਨਾਂ ਨੇ ਸਿੱਖ ਇਤਿਹਾਸ ਨੂੰ ਆਪਣੇ ਅੰਤਰ ਆਤਮਾ ਵਿੱਚ ਵਸਾਇਆ ਹੋਏਗਾ, ਕਿਤਨਾ ਕੁ ਉਹ ਕਰੀਬ ਹੋਏਗਾ ਉਹਨਾਂ ਦੇ ਦਿਲ ਦੇ ਕਿ ਇਹ ਸਾਕਾ ਲਿਖਣ ਵੇਲੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਸ ਤਰ੍ਹਾਂ ਉਹ ਨਾਲ ਬਹਿ ਕੇ ਜਿਸ ਤਰ੍ਹਾਂ ਚਮਕੌਰ ਦੀ ਗੜੀ ਸਨ ਤੇ ਅੱਜ ਉਹ ਠੰਡੇ ਬੁਰਜ ਵਿੱਚ ਵੀ ਨਾਲ ਬੈਠੇ ਨੇ। ਔਰ ਜ਼ਿਕਰ ਕੀਤਾ ਬੜਾ ਪਿਆਰਾ ਉਹਨਾਂ ਨੇ ਕਿ ਜਦੋਂ ਲੈਣ ਆਏ ਤੇ ਦਾਦੀ ਮਾਂ ਨੂੰ ਪਤਾ ਸੀ ਕਿ ਹੁਣ ਹੋ ਸਕਦਾ ਸ਼ਾਮ ਨੂੰ ਇਹ ਪਰਤਨ ਨਾ ਮੇਰੇ ਪੋਤੇ, ਹੋ ਸਕਦਾ ਹੁਣ ਸ਼ਾਮ ਨੂੰ ਨਾ ਪਰਤਨ, ਇਹ ਹੁਣ ਇਹਦਾ ਸਮਾਂ ਆ ਗਿਆ ਹੈ, ਇਹ ਲੈ ਕੇ ਚੱਲੇ ਨੇ, ਜ਼ਾਲਮ ਹਨ, ਇਹਨਾਂ ਜ਼ਾਲਮਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਪਤਾ ਸੀ ਦਾਦੀ ਮਾਂ ਨੂੰ, ਮਾਤਾ ਗੁਜਰ ਕੌਰ ਨੂੰ ਪਤਾ ਸੀ ਕਿ ਅੱਜ, ਪਰ ਮਾਤਾ ਗੁਜਰ ਕੌਰ ਨੇ ਜਿਹੜੇ ਰਾਤ ਨਿੱਘ ਦਿੱਤਾ ਸੀ ਨਾ, ਜਿਹੜਾ 10 ਪੋਹ ਦੀ ਰਾਤ ਨੂੰ ਨਿੱਘ ਦੇ ਰਹੀ ਸੀ ਮਾਤਾ ਉਸ ਠੰਡੇ ਬੁਰਜ ਦੇ ਅੰਦਰ, ਕਿ ਪੋਤਿਓ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲੱਗਣ ਦਿਓ, ਇਹ ਸਰੀਰ ਦੇ ਠੀਕਰੇ ਕੁਝ ਨਹੀਂ ਹਨ। ਤੇ ਕਵੀ ਨੇ ਬੜੀਆਂ ਖੂਬਸੂਰਤ ਸਤਰਾਂ ਲਿਖੀਆਂ ਨੇ, ਮੈਂ ਸਾਂਝੀਆਂ ਕਰਦਾ ਸੰਗਤ ਦੇ ਨਾਲ। ਉਹ ਲਿਖਦੇ ਨੇ ਦਾਦੀ ਮਾਂ ਦਾ ਇੱਕ ਚਾਅ ਹੈ, ਜਦੋਂ ਲੈਣ ਆਏ ਨਾ ਸਿਪਾਹੀ ਤੇ ਖੜੇ ਸਨ ਤੇ ਦਾਦੀ ਮਾਂ ਕਹਿੰਦੀ ਰੁਕ ਜਾਓ ਭਾਈ ਇੱਕ ਮਿੰਟ, ਸਵੇਰ ਹੋਈ ਹੈ, ਰੁਕ ਜਾਓ। ਕਹਿੰਦੇ ਜਾਣੇ ਸੇ ਪਹਿਲੇ ਆਓ ਗਲੇ ਲਗਾ ਤੋ ਲੂੰ, ਕਹਿੰਦੇ ਹੇ ਮੇਰੇ ਪੋਤਿਓ ਆਓ ਤੁਸੀਂ ਚੱਲੇ ਹੋ ਹੁਣ, ਜਾਣੇ ਸੇ ਪਹਿਲੇ ਆਓ ਗਲੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਮੂੰਹ ਦੁਲਾ ਤੋ ਲੂੰ, ਕਹਿੰਦੇ ਮੈਂ ਕੇਸਾਂ ਨੂੰ ਕੰਘੀ ਕਰਾਂ ਮੂੰਹ ਧੁਆ ਤੇ ਲਵਾਂ। ਕੇਸੋਂ ਕੋ ਕੰਘੀ ਕਰੂੰ ਮੂੰਹ ਦੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ। ਇਹ ਪਿਆਰੇ ਪਿਆਰੇ ਸਰ ਨਾਲ ਇਹਨਾਂ ਦੇ ਉੱਤੇ ਕਹਿੰਦੇ ਕਿ ਨੰਨੀ ਜੀ ਕਲਗੀ ਸਜਾ ਤੇ ਦੂੰ, प्यारे सरों पे नन्ही सी कलगी सजा तो लूँ, मरने से पहले तुमको दूल्हा बना तो लूँ। कहते मरण तो पहला मैं तुहानू दुल्हे दे रूप दे विच ते देख लवां। इतिहास दे पन्ने बोलते हैं और इतिहास दे विच इह गाथावां भी असीं पढ़ते हाँ कि बाबा अजीत सिंह, बाबा जुझार सिंह, बाबा फतेह सिंह ते बाबा जोरावर सिंह। बाबा जोरावर सिंह ते बाबा फतेह सिंह का जिहड़ा छोटे साहिबजादियां दा जिहड़ा दबाला सी ना, अज वो निहंग परंपरा दे विच है। इतने खूबसूरत दमाले बनते सन और इतने खूबसूरत लगते सन दमाले बन के जो इतिहास कहता है। खैर असी थोड़ा विचार बल वधिए लैके चले जाते हैं उस सूबा सरहंद की कचहरी के अंदर। तो सरहंद की कचहरी के विच कुछ हाल उत्थे ਵੱਖ-ਵੱਖ विद्वानों ने ਵੱਖ-ਵੱਖ तरीक़े नाल भी लिखे ने, पर एक गल बड़ी कॉमन है कि गुरु के साहिबजादे जिहड़े सन ना छोटे, भावें उम्र 7 ते 9 साल की है पर डोले नहीं ने। उत्थे ही जिस वेले उन्हां दे नाल सवाल जवाब किए जा रहे सन, नवाब सरहंद खां कचहरी लगी है तो मुकदमा शुरू होया। उत्थे मुकदमा शुरू कर दिता गया कि दसो इन्हां दे की दोष हैं, किस तरीके दे नाल इन्हां नूं सज़ावां देणीआं ने। पहली गल तां साहिबजादियां दे नाल इह उन्हां नूं कोशिश की जाए कि इन्हां नूं किसी तरीके ईन मना लईए, असीं इस्लाम दे विच लै आईए। पहली सोच हुंदी इह सी। जदों सारा दिन ये विचारां चलियां ना ते कोई रिजल्ट नहीं मिलिया तो शाम कहन लगे जिहड़ी कचहरी सी उसनूं इन्हां ने बंद कीता ते फिर शाम नूं वापस साहिबजादियां नूं भेज दिता जांदा उसे ही बुरज दे विच। अज माँ दे नाल एक होर, दादी माँ दे नाल एक रात होर दा समा प्राप्त होया। सारी गल माँ ने, दादी माँ ने पूछी है कि अज की होया है, तो बड़ी शाबाश दिती है कि बच्चों तुसी ये काम करके आए हो। दूसरे दिन सवेर नूं फिर इस तरह वो जिहड़े हुकूमत के कारकुन सन वो भेजे जाते हैं सिपाही, तो साहिबजादियां नूं लैके कचहरी दे विच चले जाते हैं। हुण कचहरी दे विच अज भी इत्थे विचारां शुरू होईयां। तो जदों
ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਸਭ ਨੂੰ ਬੇਦਲੀਲੇ ਕਰ ਦਿੱਤਾ ਨਾ, ਤੇ ਜਿਹੜਾ ਨਵਾਬ ਸੀ ਨਾ ਸਰਹੰਦ ਦਾ, ਉਹਦਾ ਮਨ ਡਹਿਲ ਗਿਆ। ਕਹਿੰਦਾ ਹੈ ਕਿ ਮੈਂ, ਕਿਉਂਕਿ ਕੁਰਾਨ ਦੇ ਪੰਨਿਆਂ ਦੇ ਵਿੱਚ ਲਿਖਿਆ ਹੈ ਕਿ ਸ਼ੀਰਖੋਰ ਬੱਚਿਆਂ ਦੇ ਉੱਤੇ ਜ਼ੁਲਮ ਨਹੀਂ ਕੀਤਾ ਜਾ ਸਕਦਾ, ਔਰਤ ਦੇ ਉੱਤੇ ਜ਼ੁਲਮ ਨਹੀਂ ਕੀਤਾ ਜਾ ਸਕਦਾ। ਜਦੋਂ ਉਹ ਕੁਰਾਨ ਦੇ ਪੱਤਰੇ, ਉਹਨਾਂ ਦੇ ਧਰਮ ਦੀਆਂ ਵਿਆਖਿਆਵਾਂ ਇਹ ਸਾਹਿਬਜ਼ਾਦੇ ਉਸ ਕਚਹਿਰੀ ਦੇ ਵਿੱਚ ਖੜੇ ਹੋ ਕੇ ਕਰਦੇ ਨਾ, ਹਸ਼ ਹਸ਼ ਕਰ ਉੱਠਿਆ, ਕਹਿਣ ਲੱਗਾ ਭੇਜ ਦਿਓ ਇਹਨਾਂ ਨੂੰ ਵਾਪਸ, ਇਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ। ਇਹ ਉਹਦਾ ਮਨ ਬਣ ਗਿਆ ਸੀ। ਅਜੇ ਇਹ ਮਨ ਬਣ ਰਿਹਾ ਸੀ ਤੇ ਸੁੱਚਾਨੰਦ ਖੱਤਰੀ ਦੀਵਾਨ ਉੱਥੇ ਬੈਠਾ ਹੋਇਆ ਸੀ, ਤੇ ਦੀਵਾਨ ਕਹਿਣ ਲੱਗਾ, ਕਹਿੰਦਾ ਸਰਕਾਰ, ਨਵਾਬ ਸਾਹਿਬ ਇਹ ਕੀ ਕਰਨ ਲੱਗੇ ਹੋ? ਈ ਸਰਪ ਵਿਸੂਰੇ, ਛੋਟੇ ਵੱਡੇ ਡਸਕ ਜ਼ਰੂਰੇ। ਇਹ ਤੇ ਸੱਪ ਦੇ ਬੱਚੇ ਨੇ, ਇਹ ਛੋਟੇ ਤੇ ਵੱਡੇ ਜਦੋਂ ਵੀ ਹੋਣਗੇ ਇਹ ਡਸਣਗੇ ਜ਼ਰੂਰ। ਸਵਾਲ ਪੁੱਛਿਆ ਉਸ ਕਚਹਿਰੀ ਦੇ ਅੰਦਰ, ਕਹਿਣ ਲੱਗੇ ਸਾਹਿਬਜ਼ਾਦਿਓ, ਜੇ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਤੁਸੀਂ ਕੀ ਕਰੋਗੇ? ਤੇ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਦੇ ਵਿੱਚ ਇਹ ਗੱਲ ਆਖੀ ਕਿ ਨਵਾਬ ਸਰਹੰਦ, ਸਾਨੂੰ ਪਹਿਲਾਂ ਤਾਂ ਪੂਰਾ ਪਤਾ ਕਿ ਤੂੰ ਸਾਨੂੰ ਛੱਡੇਂਗਾ ਨਹੀਂ, ਤੇ ਜੇ ਤੂੰ ਕਿਤੇ ਸਾਨੂੰ ਛੱਡ ਵੀ ਦੇਵੇਂ, ਅਸੀਂ ਜੰਗਲਾਂ ਵਿੱਚ ਜਾਵਾਂਗੇ, ਅਸੀਂ ਸਿੰਘ ਤਿਆਰ ਕਰਾਂਗੇ, ਤੇਰੇ ਖਿਲਾਫ ਫੌਜਾਂ ਤਿਆਰ ਕਰਕੇ ਇਸ ਜ਼ੁਲਮੀ ਹਕੂਮਤ ਨੂੰ ਅਸੀਂ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਫਿਰ ਸੁੱਚਾਨੰਦ ਕਹਿਣ ਲੱਗਾ, ਨਵਾਬ ਸਾਹਿਬ ਦੱਸੋ, ਮੈਂ ਕੋਈ ਗਲਤ ਆਖਿਆ ਹੈ? ਇਸ ਕਚਹਿਰੀ ਦੇ ਅੰਦਰ ਜੋ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੱਲ ਕੀਤੀ ਸੀ ਨਾ, ਕਾਜੀ ਹੋਏ ਰਿਸ਼ਵਤ ਦੀ ਵੱਢੀ ਲੈ ਕੇ ਹੱਕ ਗਵਾਈ, ਅੱਜ ਕਾਜੀ ਵੀ ਆਪਣੇ ਧਰਮ ਤੋਂ ਡੋਲ ਗਿਆ ਹੈ। ਕਾਜੀ ਦੇ ਹੱਥ ਵਿੱਚ ਕੁਰਾਨ ਸ਼ਰੀਫ ਹੈ, ਕਾਜੀ ਦੇ ਹੱਥ ਵਿੱਚ ਤਸਬੀਹ ਹੈ, ਪਰ ਅੱਜ ਫੈਸਲਾ ਸਹੀ ਨਹੀਂ ਕਰ ਪਾਇਆ। ਅੱਜ ਕੁਰਾਨ ਦੇ ਮੁਤਾਬਕ ਫੈਸਲਾ ਨਹੀਂ ਹੋਇਆ, ਅੱਜ ਇਸਲਾਮ ਦੇ ਮੁਤਾਬਕ ਫੈਸਲਾ ਨਹੀਂ ਹੋਇਆ। ਨਵਾਬ ਸ਼ੇਰ ਮੁਹੰਮਦ ਖਾਂ ਉਸੇ ਕਚਹਿਰੀ ਦੇ ਵਿੱਚ ਬੈਠਾ ਹੈ, ਜਿਹਦਾ ਨਾਰ ਖਾਂ ਜਿਸ ਦਾ ਭਰਾ ਹੈ ਮਲੇਰਕੋਟਲੇ ਵਾਲਿਆਂ ਦਾ, ਜਿਹੜਾ ਪਿੱਛੇ ਚਮਕੌਰ ਦੀ ਜੰਗ ਵਿੱਚ ਜਿਸ ਦਾ ਜ਼ਿਕਰ ਆਪਾਂ ਕਰਕੇ ਆਏ ਹਾਂ ਕਿ ਉਹ ਮਰ ਚੁੱਕਿਆ ਸੀ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਨੂੰ ਇੱਕ ਤੀਰ ਮਾਰ ਕੇ ਉਸ ਦਾ ਭੋਗ ਪਾ ਦਿੱਤਾ ਸੀ। ਨਵਾਬ ਮਲੇਰਕੋਟਲੇ ਨੂੰ ਕਹਿ ਦਿੱਤਾ, ਕਹਿੰਦਾ ਕਿ ਇਹ ਬੱਚੇ ਤੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇਰੇ ਭਰਾ ਨੂੰ ਕਤਲ ਕੀਤਾ, ਇਹ ਬੱਚਿਆਂ ਨੂੰ ਲੈ ਕੇ ਤੂੰ ਆਪਣਾ ਬਦਲਾ ਮੁਕਾ। ਤੇ ਨਵਾਬ ਮਲੇਰਕੋਟਲੇ ਨੇ ਹਾ ਦਾ ਨਾਰਾ ਮਾਰਿਆ ਸੀ ਉਸ ਕਚਹਿਰੀ ਦੇ ਅੰਦਰ, ਹਾ ਦਾ ਨਾਰਾ। ਤੇ ਉਸ ਹਾ ਦੇ ਨਾਰੇ ਦੀ ਖਾਤਰ ਅਸੀਂ ਅੱਜ ਵੀ ਮਲੇਰਕੋਟਲਿਆਂ ਦੇ ਰਿਣੀ ਹੈ ਸਿੱਖ ਕੌਮ, ਅੱਜ ਵੀ ਅਸੀਂ ਮਲੇਰਕੋਟਲੇ ਨੂੰ ਨਮਨ ਕਰਨੇ ਆ, ਨਮਸਕਾਰ ਕਰਨੇ ਆ ਕਿ ਤੁਹਾਡੇ ਇੱਕ ਬੰਦਾ ਤੇ ਸੀ ਅੰਦਰ ਜਿਹਨੇ ਹਾ ਦਾ ਨਾਰਾ ਮਾਰਿਆ। ਕਹਿੰਦੇ ਖੁਦਾ ਮਹਿਫੂਜ਼ ਰੱਖੇ ਮੁਝਕੋ ਇਸ ਪਾਪ ਸੇ, ਬਦਲਾ ਹੀ ਲੈਣਾ ਹੋਊਗਾ ਤਾਂ ਲੂੰਗਾ ਇਨਕੇ ਬਾਪ ਸੇ। ਕਹਿੰਦੇ ਮੈਂ ਬਦਲਾ ਲੈਣਾ ਤੇ ਮੈਂ ਮਰਦਾਂ ਦੀ ਤਰ੍ਹਾਂ ਬਦਲਾ ਲਵਾਂਗਾ, ਇਹਨਾਂ ਦੇ ਪਿਤਾ ਕੋਲੋਂ ਬਦਲਾ ਲਵਾਂਗਾ। ਇਹ ਬੱਚੇ ਤੇ ਇਹ ਸ਼ੀਰਖੋਰ ਬਾਲਕ, ਇਹ ਦੁੱਧ ਪੀਣੇ ਬੱਚੇ, ਇਹਨਾਂ ਦੁੱਧ ਪੀਣਾ ਬੱਚਿਆਂ ਦੇ ਉੱਤੋਂ ਇਸਲਾਮ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਔਰ ਹਸ਼ ਹਸ਼ ਕਰਕੇ ਉੱਥੋਂ ਹਾ ਦਾ ਨਾਰਾ ਮਾਰ ਕੇ ਉਸ ਕਚਹਿਰੀ ਦੇ ਵਿੱਚੋਂ ਨਵਾਬ ਮਲੇਰਕੋਟਲਾ ਉਸ ਵੇਲੇ ਚਲਾ ਜਾਂਦਾ ਵਾ। ਹੁਣ ਕੀ ਸੀ? ਇਤਿਹਾਸ ਦੇ ਪੰਨਿਆਂ ਦੇ ਵਿੱਚ ਕੁਝ ਬੋਲ ਅਸੀਂ ਪੜ੍ਹਦੇ ਹਾਂ, ਇਤਿਹਾਸ ਦੇ ਵਿੱਚ ਬੜੇ ਸੁੰਦਰ ਲਿਖੇ ਹੁੰਦੇ ਨੇ। ਸਾਹਿਬਜ਼ਾਦਿਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕਿੱਥੇ ਸੀ? ਕਿਉਂਕਿ ਪਿੱਛੇ ਨਿੱਘ ਸੀ, ਗੁਰਮਤ ਦੀ ਗੁੜਤੀ ਨੇ ਦਿੱਤਾ, ਸਿਖਾਇਆ ਬਹੁਤ ਕੁਝ ਸੀ, ਜਿਹੜੇ ਉਸ ਕਚਹਿਰੀ ਦੇ ਵਿੱਚ ਵੀ ਨਹੀਂ ਡੋਲੇ। ਤੇ ਕਵੀ ਅੱਲਾ ਯਾਰ ਖਾਨ ਲੋਕ ਜੋਗੀ ਲਿਖਦੇ ਨੇ, ਸੱਚ ਕੋ ਮਿਟਾਓਗੇ ਮਿਟੋਗੇ ਜਹਾਨ ਸੇ। ਇਹ ਉਸ ਵੇਲੇ ਉਸ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੇ ਇਹ ਬੋਲ ਬੋਲੇ ਨੇ, ਸੱਚ ਕੋ ਮਿਟਾਓਗੇ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੇ ਸ਼ਹਿਨशाह ਕੀ ਸ਼ਾਨ ਸੇ। ਕਹਿੰਦੇ ਉਹ ਅਕਾਲ ਪੁਰਖ ਕਿਸੇ ਸ਼ਹਿਨशाह ਦੀ ਸ਼ਾਨ ਨਾਲ ਡਰਦਾ ਨਹੀਂ ਹੈ। ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ। ਕਹਿੰਦੇ ਇਹ ਉਪਦੇਸ਼ ਆਪਣੇ ਦਿਲ ਦੇ ਕੰਨ ਦੇ ਨਾਲ ਸੁਣ ਲਓ ਭਾਈ। ਹਮ ਕਹਿ ਰਹੇ ਹਾਂ ਤੁਮਕੋ ਖੁਦਾ ਕੀ ਜ਼ੁਬਾਨ ਸੇ। ਇਹ ਖੁਦਾ ਦੀ ਜ਼ੁਬਾਨ ਦੇ ਨਾਲ ਤੁਹਾਨੂੰ ਅਸੀਂ ਕਹਿ ਦਿੱਤਾ। ਅੱਲਾ ਯਾਰ ਖਾਂ ਜੋਗੀ ਨੇ ਇੱਕ ਦ੍ਰਿਸ਼ਟਾਂਤ ਇੱਥੇ ਵੀ ਇਹ ਪੇਸ਼ ਕੀਤਾ ਹੈ। ਫਿਰ ਅੱਗੇ ਜਦੋਂ ਸਾਰਾ ਕੁਝ ਵੇਖਿਆ ਤੇ ਉਹਨਾਂ ਨੇ ਇੱਕ ਅਗਲੇ ਦਿਨ ਜੋ 13 ਪੋਹ ਦਾ ਦਿਨ ਹੁੰਦਾ ਹੈ, ਫਤਵਾ ਲਾ ਦਿੱਤਾ ਕਿ ਕੱਲ੍ਹ ਇਹਨਾਂ ਨੂੰ ਜੋ ਨੀਹਾਂ ਦੇ ਵਿੱਚ ਚਿਣ ਕੇ ਤੇ ਇਹਨਾਂ ਦੀ ਸ਼ਹਾਦਤ ਦਾ ਜੋ ਇੱਕ ਫਤਵਾ ਜਾਰੀ ਹੋ ਜਾਂਦਾ ਹੈ। ਹੁਣ ਉਸ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਕੋਈ ਜਲਾਦ ਨਾ ਮੰਨੇ, ਕੋਈ ਜਲਾਦ ਨਾ ਮੰਨੇ ਕਿ ਸਾਨੂੰ ਅਸੀਂ ਇਹ ਕੰਮ ਕਰਨਾ ਹੈ। ਸ਼ਾਸਲ ਵੇਗ ਤੇ ਵਾਸ਼ਲ ਵੇਗ ਦੋ ਜਲਾਦ ਸਨ ਜਿਨ੍ਹਾਂ ਨੂੰ ਕੋਈ ਗੁਨਾਹ ਕੀਤਾ ਸੀ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਸੀ, ਜਿਨ੍ਹਾਂ ਨੇ ਉਮਰ ਕੈਦ ਕੱਟ ਰਹੇ ਸਨ। ਉਹਨਾਂ ਦੇ ਨਾਲ ਇਹ ਸਮਝੌਤਾ ਕੀਤਾ ਗਿਆ ਕਿ ਜੇ ਤੁਸੀਂ ਇਹ ਸ਼ਹਾਦਤਾਂ ਕਰ ਦਵੋ, ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕਰੋ, ਜਿਵਾ ਕਰੋ ਇਹਨਾਂ ਨੂੰ, ਤੇ ਅਸੀਂ ਤੁਹਾਨੂੰ
ਮਾਫੀ ਦੇ ਦੇਵਾਂਗੇ, ਛੱਡ ਦੇਵਾਂਗੇ। ਉਸ ਬੇਸ ਦੇ ਉੱਤੇ ਉਸ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਇਹ ਦੋ ਜਲਾਦ ਸਾਹਮਣੇ ਆਏ ਨੇ ਤੇ ਅਗਲੇ ਦਿਨ ਇਹ ਸ਼ੁਰੂ ਕੀਤਾ ਉਹਨਾਂ ਨੇ ਸ਼ਹਾਦਤ ਦੇ ਨੂੰ ਅੰਜਾਮ ਦੇਣਾ। 13 ਪੋਹ ਦਾ ਇਹ ਦਿਨ ਸੀ। ਜਿਸ ਵੇਲੇ ਸ਼ਹਾਦਤ ਸ਼ੁਰੂ ਹੋਈ ਹੈ ਨਾ, ਇੱਟਾਂ ਚਿੰਨੀਆਂ ਸ਼ੁਰੂ, ਇੱਟਾਂ ਤੋਂ ਭਾਵ ਕੀ ਸੀ? ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਬਹੁਤ ਵਾਰ ਕਿ ਕੰਧ ਦੇ ਨਾਲ ਗੁਰੂ ਨਾਨਕ ਦੇ ਘਰ ਦਾ ਬਹੁਤ ਵੱਡਾ ਰਿਸ਼ਤਾ ਰਿਹਾ ਹੈ। ਕੰਧ ਦੇ ਨਾਲ ਇੱਕ ਕੰਧ ਬਟਾਲੇ ਦੀ ਧਰਤੀ ਤੇ ਹੈ ਜਿੱਥੇ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ, ਤੇ ਉਹ ਕੰਧ ਵੀ ਅੱਜ ਵੀ ਕਦੇ ਅਸੀਂ ਉੱਥੇ ਜਾ ਕੇ ਉਸ ਕੰਧ ਨੂੰ ਆਪਣੇ ਦਿਲ ਦੇ ਕੰਨ ਲਾ ਕੇ ਧਿਆਨ ਦੇ ਨਾਲ ਸਰਵਣ ਕਰੀਏ ਤੇ ਅੱਜ ਵੀ ਉਹ ਕੰਧ ਕਹਿ ਰਹੀ ਹੈ ਕਿ ਮੈਂ ਇੱਕ ਸਮਾਂ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਸੀ। ਮੈਂ ਇੱਕ ਦਿਨ ਗੁਰੂ ਨਾਨਕ ਦੀ ਇਸ ਆਵਾਜ਼ ਨੂੰ ਮੁਕਾਉਣ ਦਾ ਯਤਨ ਕੀਤਾ ਸੀ। ਤੇ ਅੱਜ ਵੀ ਫਤਿਹਗੜ੍ਹ ਸਾਹਿਬ ਦੇ ਅੰਦਰ ਉਹ ਸਰਹੰਦ ਦੀ ਜਿਹੜੀ ਕੰਧ ਹੈ ਨਾ, ਉਹ ਇਹ ਗੱਲ ਕਹਿ ਰਹੀ ਹੈ ਕਿ ਇੱਕ ਦਿਨ ਇੱਕ ਸੱਚ ਦੀ ਆਵਾਜ਼ ਦੇ ਪਿਆਰਿਆਂ ਨੂੰ ਮੈਂ ਇੱਥੇ ਦਫਨ ਕੀਤਾ ਸੀ। ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਉਹਨਾਂ ਨੂੰ ਚਿਣੇ ਜਾਣ ਦਾ ਜੋ ਜ਼ਿਕਰ ਹੈ, ਔਰ ਬਾਅਦ ਵਿੱਚ ਉਹ ਦੀਵਾਰ ਡਿੱਗਦੀ ਹੈ, ਜਿਵਾ ਕਰਕੇ ਉਹਨਾਂ ਦਾ ਜੋ ਇਤਿਹਾਸ ਦੇ ਬਹੁਤਾਤ ਗਿਣਤੀ ਦੇ ਵਿੱਚ ਜੋ ਇਤਿਹਾਸਕਾਰਾਂ ਨੇ ਦੋ ਤੱਤ ਦਿੱਤਾ ਕਿ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ। ਔਰ ਉਸ ਦੀਵਾਰ ਦੇ ਵਿੱਚ ਬੈਠ ਕੇ ਕਵੀ ਅੱਲਾ ਯਾਰ ਖਾਂ ਜੋਗੀ ਨੇ ਬੜੀ ਖੂਬਸੂਰਤ ਸਤਰਾਂ ਲਿਖੀਆਂ ਨੇ। ਉਹ ਕਹਿੰਦੇ ਨੇ, ਦੀਵਾਰ ਕੇ ਦਬਾਓ ਸੇ ਜਬ ਹਵਸ ਦਮ ਹੁਆ, ਜਦੋਂ ਆਕਸੀਜਨ ਮਿਲਣੀ ਘੱਟ ਹੋਈ ਨਾ, ਦਮ ਘੁੱਟਣ ਲੱਗਾ, ਤੇ ਫਿਰ ਕੀ ਹੋਇਆ? ਦੋਰਾਏ ਖੂਨ ਰੁਕਨੇ ਲਗਾ, सांस कम हुआ, फरमाए दोनों हम पे जे जाहर सितम हुआ, बातन पंथ पर जिस खुदा का करम हुआ। ये उस रब दा खुदा दा इस पंथ दे उत्ते करम होया। ये जिक्र किया तो फिर अगे कहन लगे, एक आवाज़ दिती उन्हां सरहंद दियां दीवारां दे विचों साहिबजादियां ने, कहंदे हम जान दे के औरों की जाने बचा चले, सिक्खी की नींव हम है सरों पे उठा चले। असी तो सिक्खी दी नींव हाँ, इस नींव नूं असी अपने सर ते चुकिया है। सिक्खी की नींव हम है सरों पे उठा चले, गुरियाई का है जे किस्सा जहाँ में बना चले। एक गुरियाई का किस्सा इस जहाँ में बना के चले हाँ। सिंघों की सल्तनत का पौधा लगा चले, सिंघां दी सल्तनत का पौधा लगा दिता। गद्दी तो तख्त बस अब कौम पाएगी, दुनिया से जालमों का निशान तक मिटाएगी। और होया उस तो बाद दुनिया बाबा बंदा सिंह बहादुर ने इस सरहंद की इट नाल इट खड़का दी है। एक गल होर कह के मैं इस साके की जो असी जिसनों सरबन कर रहे हैं वेख रहे हैं कि ये साका वापर जाता है। माता गुजर कौर नूं उस उच्चे बुरज तो थले सुट के शहीद कर दिता जाता है। माता गुजर कौर भी शहीद हो गए ने, साहबजादे भी शहीद हो गए ने। तो पता लग्या कि किन्हां ने इन्होंने दुध पियाया सी। मोती महरे नूं भी सने परिवार कोलू दे विच भीड़ दिता जाता। तो संस्कार की बारी आई तो अज संस्कार दे लई जगह नहीं मिलती। तो दुनिया दे विच सब तो महंगे मुल की जे जगह किते दुनिया विच है तो वह है उस सरहंद दे विच फतेहगढ़ साहब, जिथे भाई टोडर मल ने मोहरां खड़ियां करके तो जितनी की जगह संस्कार वास्ते चाहिए सी, भावें अपनी हवेली बेची, अपना सब कुछ उसने गुरु के लालां दे, क्योंकि एक पासे असी बीबी शरण कौर का जिक्र किया सी, इस पासे टोडर मल कि सतगुरु सच्चे पातशाह ने दोवें साहिबजादियां दे माता गुजर कौर का संस्कार किया है। इतिहास बोलता है। तो जिस वेले कलगीधर पिता गुरु गोबिंद सिंह पातशाह जी माछीवाड़े के जंगलों के विचों निकल रहे सी ते माही हरकारे दे राही जदों उन्होंने एक खबर पुजी ना कि ये सारा कुछ इस खबर पुजी, माही हरकारे नूं भेजिया गया कि जाओ खबर लैके आओ सरहंद दे विचों कि की बनिया है उत्थे। तो जदों वो वापस आया ना, वापस आके तो कलगीधर पिता दे गुरु दे सामने हंझू घेर रहा है, रोई जा रहा है, रोई जा रहा है, नहीं कोई गल सुनाई जा रही उसको। सतगुरु जी थोड़े जे सतर्क हुए तो कहन लगे, जो कवि ने लिखिया बड़ा खूबसूरत, कहते जदों वो गल्लां सुनान लगा, कोई गल करन लगा तो उहदे कोल गल ना होवे, गल ही ना कर पाए। सतगुरु सच्चे पातशाह कहन लगे, बड़े शिद्दत दे नाल सतगुरु सच्चे पातशाह जी पुछया, महाराज ने सुनी तो कहन लगे, जित्ती हुई बाजी किते हार तां ना गई। कहंदे ओ माहिया किते बाजी हार के ते नहीं आया, तेरा रोना दस रहा है, किते कोई बाजी तो नहीं असी हार दी।
ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ ਕਿਧਰੇ ਡੋਲ ਤਾਂ ਨਹੀਂ ਗਿਆ ਜੋਰਾਵਰ ਸਿੰਘ। ਸਿੱਖਾ ਦੱਸ ਮੈਨੂੰ ਛੇਤੀ ਦੱਸ ਮੈਨੂੰ ਕਿਤੇ ਮਰਨ ਵੇਲੇ ਕਿਤੇ ਡੋਲ ਤਾਂ ਨਹੀਂ ਗਿਆ ਜੋਰਾਵਰ ਸਿੰਘ। ਰਿਹਾ ਖੇਡਦਾ ਨਾਲ ਖਿਡੌਣਿਆਂ ਦੇ ਮੌਤ ਵੇਖ ਕੇ ਕਿਧਰੇ ਡਰ ਤਾਂ ਨਹੀਂ ਗਿਆ ਫਤਿਹ ਸਿੰਘ। ਦੱਸ ਤਾਂ ਸਹੀ ਸਿੱਖਾ ਮੈਨੂੰ ਕਿਤੇ ਜੋਰਾਵਰ ਸਿੰਘ ਕਿਤੇ ਫਤਿਹ ਸਿੰਘ ਖਿਡੌਣਿਆਂ ਨਾਲ ਖੇਡਣ ਵਾਲੀ ਦੀ ਉਮਰ ਸੀ, ਕਿਤੇ ਡਰ ਤੇ ਨਹੀਂ ਗਿਆ ਕਿਤੇ। ਦੱਸ ਮੈਨੂੰ ਸਿੱਖਾ ਜਲਦੀ ਕੀ ਉਸ ਵੇਲੇ ਉਹਨਾਂ ਦੇ ਨਾਲ ਉੱਥੇ ਸਵਾਲ ਜਵਾਬ ਹੋਏ, ਕੀ ਬੀਤੀ ਮੇਰੇ ਲਾਲਾਂ ਦੇ ਨਾਲ, ਇਹ ਦੱਸ ਤਾਂ ਸਹੀ ਮੈਨੂੰ। ਤੇ ਜਕਲੰਬ ਬੋਲਿਆ ਫਟਾਫਟ, ਉਹ ਹਰਕਾਈ ਜਿਹੜਾ ਹਰਕਾਰਾ ਸੀ ਉਹ ਬੋਲਿਆ ਫਟਾਫਟ ਉਸ ਜ਼ੁਲਮ ਦੀ ਦਾਸਤਾਨ, ਉਸ ਜ਼ੁਲਮ ਦੀ ਗਾਥਾ ਉਹਨੇ ਦੱਸਣੀ ਸ਼ੁਰੂ ਕੀਤੀ ਹੈ। ਕਹਿੰਦਾ ਦਾਤਾ ਇਹ ਗੱਲ ਨਹੀਂ ਉੱਥੇ ਹੋਈ, ਉਸ ਦਰਬਾਰ ਦੇ ਅੰਦਰ ਜਦੋਂ ਉਸ ਮੁਗਲ ਦਰਬਾਰ ਦੇ ਅੰਦਰ ਜਦੋਂ ਨਵਾਬ ਦੇ ਅੰਦਰ ਉਸ ਕਚਹਿਰੀ ਦੇ ਅੰਦਰ ਸਾਹਿਬਜ਼ਾਦੇ ਗਏ ਨਾ ਤੇ ਉਹਨਾਂ ਨੇ ਬੜੀ ਚੜ੍ਹਦੀ ਕਲਾ ਦੇ ਪ੍ਰਤੀਕ ਦਿੱਤੇ ਨੇ ਉੱਥੇ। ਉਹ ਪ੍ਰਤੀਕ ਸਨ ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ। ਸਾਹਿਬਜ਼ਾਦਿਆਂ ਨੇ ਉੱਥੇ ਜਾ ਕੇ ਫਤਿਹ ਬੁਲਾਈ ਹੈ ਸਭ ਤੋਂ ਪਹਿਲਾਂ। ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ। ਸਤਿ ਸ਼੍ਰੀ ਅਕਾਲ ਦਾ ਮਾਰ ਨਾਰਾ ਤਸਵੀਰ ਕਾਜੀ ਦੇ ਹੱਥੋਂ ਛੁਡਾ ਦਿੱਤੀ। ਕਾਜੀ ਦੇ ਹੱਥ ਦੇ ਵਿੱਚੋਂ ਉਹ ਜਿਹੜੀ ਤਸਵੀਰ ਡਿੱਗ ਪਈ ਹੈ। ਸੂਬੇ ਆਖਿਆ ਕਰਿਓ ਸਲਾਮ ਮੁੰਡਿਓ, ਉਹ ਮੁੰਡਿਓ ਸਲਾਮ ਕਰੋ। ਉਹਨਾਂ ਸਾਹਮਣੇ ਜੁੱਤੀ ਵਿਖਾ ਦਿੱਤੀ। ਉਹਨਾਂ ਜਦੋਂ ਤਲਵਾਰ ਦਾ ਖੋਪ ਦਿੱਤਾ ਅੱਗੋਂ ਹੱਸ ਕੇ ਧੌਣ ਕਢਾ ਦਿੱਤੀ। ਇਹ ਸਾਹਿਬਜ਼ਾਦਿਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਉਸ ਕਚਹਿਰੀ ਦੇ ਅੰਦਰ ਵੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੱਸਦੇ ਨੇ। ਸੂਬੇ ਰੋਹ ਨਾਲ ਕਿਹਾ ਗੁਸਤਾਖ ਮੁੰਡਿਓ, ਅੱਜ ਤੁਸਾਂ ਦੀ ਅਣਖ ਮੁਕਾ ਦਿਆਂਗੇ। ਅੱਜ ਤੁਹਾਡੀ ਅਣਖ ਕਹਿੰਦੇ ਅਸੀਂ ਮੁਕਾ ਦੇਣੀ ਹੈ। ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦੇਵਾਂਗੇ। ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀਵੋ, ਨਹੀਂ ਤੇ ਮੌਤ ਦਾ ਜਾਮ ਪਿਲਾ ਦੇਵਾਂਗੇ। ਤੇ ਫਿਰ ਉਹ ਲਿਖਦੇ ਨੇ ਫਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੋਂ, ਪਰਬਤ ਦਾਅਵਿਆਂ ਨਾਲ ਨਹੀਂ ਹਿੱਲ ਸਕਦੇ। ਪਰਬਤ ਦਾਅਵਿਆਂ ਨਾਲ ਨਹੀਂ ਹਿੱਲ ਸਕਦੇ। ਅਸੀਂ ਅਸਲ ਫੌਲਾਦ ਦੇ ਡੱਕਰੇ ਹਾਂ। ਫੂਕਾਂ ਮਾਰੀਆਂ ਜਿਹੜੇ ਨਹੀਂ ਦਹਿਲ ਜਾਂਦੇ। ਅਸੀਂ ਫੂਕਾਂ ਨਾਲ ਨਹੀਂ ਉੱਡਣ ਵਾਲੇ ਹਾਂ। ਅਸੀਂ ਉਹ ਪਤੰਗੇ ਹਾਂ ਸੜ ਮਰਨੇ ਜਿਹੜੇ ਸ਼ਮਾ ਤੋਂ ਪਹਿਲਾਂ ਜਲ ਜਾਂਦੇ। ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੀ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ। ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੀ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ। ਇਹ ਉਸ ਕਚਹਿਰੀ ਦੇ ਅੰਦਰ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਦਿੰਦੇ ਆ। ਤੇ ਫਿਰ ਅੱਗੋਂ ਕਹਿੰਦੇ ਨੇ ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗਾ, ਇੱਜ਼ਤ ਆਪਣੀ ਸਗੋਂ ਬਚਾ ਸਾਥ। ਕਹਿੰਦਾ ਉਸ ਨਵਾਬ ਸਰਹੰਦ ਸ਼ੇਰ ਦੀ ਮੁੱਛ ਨੂੰ ਤੂੰ ਹੱਥ ਪਾਣ ਲੱਗਾ, ਸਾਡੇ ਕੋਲੋਂ ਆਪਣੀ ਇੱਜ਼ਤ ਬਚਾ ਲੈ। ਮਾਸ ਬਾਜ ਦੀ ਚੁੰਝ ਚੂ ਖੋਹਣ ਲੱਗਾ, ਅੜਿਆ ਆਪਣਾ ਮਾਸ ਛੁੜਾ ਸਾਥੋਂ, ਸਾਡੇ ਕੋਲੋਂ ਆਪਣਾ ਮਾਸ ਬਚਾ ਲੈ ਤੂੰ। ਤੇ ਫਿਰ ਅੱਗੇ ਉਹ ਲਿਖਦੇ ਨੇ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਨੇ ਜਿਸ ਵੇਲੇ ਇਹ ਗੱਲ ਸੁਣੀ ਨਾ ਤੇ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦਾ ਸ਼ੁਕਰ ਕੀਤਾ। ਤੇ ਬੋਲ ਲਿਖੇ ਨੇ ਬੜੇ ਖੂਬਸੂਰਤ, ਕਹਿ ਕੇ ਖੇਮਾ ਦਾ ਜਾਚਕ ਹੋਈਏ। ਕਹਿੰਦੇ ਨੇ ਕਿ ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਘ ਦਤਾਰ ਮੇਰਾ। ਮੇਰੀ ਤੁੱਛ ਜਿਹੀ ਭੇਟਾ ਮਨਜ਼ੂਰ ਹੋਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ। ਮੇਰੀ ਇਹ ਤੁੱਛ ਜਿਹੀ ਭੇਟਾ ਹੈ। 4 ਪੁੱਤ ਬਾਰ ਦਿੱਤੇ, ਮਾਂ ਬਾਰ ਦਿੱਤੀ, ਪੰਥ ਖੇਰੂ ਹੋ ਗਿਆ, ਅਨੰਦਪੁਰ ਸਾਹਿਬ ਛੱਡ ਦਿੱਤਾ। ਤੇ ਸਤਿਗੁਰ ਸੱਚੇ ਪਾਤਸ਼ਾਹ ਤੁੱਛ ਭੇਟਾ ਕਹਿ ਰਹੇ ਨੇ ਅਕਾਲ ਪੁਰਖ ਨੂੰ। ਸਿੱਖਾ ਕਦੇ ਧਿਆਨ ਦੇਈ, ਛੋਟਾ ਜਿਹਾ ਕਿ ਤੂੰ ਸੇਵਾ ਕਰ ਦਿੰਦਾ ਨਾ ਕਿਤੇ, ਕਹਿੰਦਾ ਮੇਰੇ ਨਾਂ ਦੀ ਸਿੱਲ ਲੱਗਣੀ ਚਾਹੀਦੀ ਹੈ, ਮੇਰੇ ਨਾਂ ਦੀ ਸਿੱਲ ਲੱਗਣੀ ਚਾਹੀਦੀ ਗੁਰੂ ਘਰ ਵਿੱਚ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਬਾਰ ਕੇ ਵੀ, ਸਭ ਛੱਡ ਕੇ ਵੀ, ਤੇ ਅੱਜ ਇਹ ਤੁੱਛ ਭੇਟਾ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਭੇਟ ਕਰ ਰਹੇ ਨੇ। ਮੇਰੀ ਤੁੱਛ ਜਿਹੀ ਭੇਟਾ ਮਨਜ਼ੂਰ ਹੋਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ। ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ। ਇਹ ਮੇਰੇ ਤੇ ਕਰਜ਼ ਸੀ, ਇਹ ਮੈਂ ਕਰਜ਼ ਦਾ ਭਾਰ ਹੌਲਾ ਕਰ ਦਿੱਤਾ। ਰੋਂਦੇ ਪਏ ਨਾ ਲੋਕ ਮੈਂ ਆਖਦਾ ਹਾਂ, ਸਫਲ ਹੋ ਗਿਆ ਅੱਜ ਪਰਿਵਾਰ ਮੇਰਾ। ਅੱਜ ਮੇਰਾ ਇਹ ਪਰਿਵਾਰ ਸਫਲ ਹੋ ਗਿਆ। ਇਹ ਗਾਥਾ ਜੋ ਸਰਹੰਦ ਦੇ ਪੰਨਿਆਂ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਜੋ ਸਾਡੇ ਇਤਿਹਾਸ ਹਰ ਸਾਲ ਹਰ ਵਰੇ ਅਸੀਂ ਦੁਹਰਾਉਂਦੇ ਹਾਂ। ਆਓ ਯਤਨ ਕਰੀਏ ਕਿ ਇਹਨਾਂ ਇਤਿਹਾਸਾਂ ਤੋਂ, ਇਹਨਾਂ ਲੜੀਆਂ ਤੋਂ
ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਦੇ ਨਾਲ ਇਹਨਾਂ ਦੀ ਸਾਂਝ ਪਾਈਏ ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਵੀ ਇਹ ਗੁਰਬਾਣੀ ਦਾ ਇਤਿਹਾਸ ਦਾ ਨਿੱਘ ਮਾਣ ਕੇ ਸਿੱਖੀ ਦੀ ਚੜ੍ਹਦੀ ਕਲਾ ਦੁਨੀਆ ਦੇ ਸਰਬੱਤ ਦੇ ਭਲੇ ਦੇ ਲਈ ਅਸੀਂ ਦੁਨੀਆ ਵਿੱਚ ਵਿਚਰ ਸਕੀਏ। ਇਤਨੀ ਬੇਨਤੀ ਪ੍ਰਵਾਨ ਕਰਨੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅਸੀਂ ਸਰਵਣ ਕੀਤਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਾਸੋਂ ਸਾਕਾ ਸਰਹਿੰਦ, ਜਿਹਨੂੰ ਕਿ ਸੁਣ ਕੇ ਹਰ ਇੱਕ ਇਨਸਾਨ ਜ਼ਰੂਰ ਭਾਵੁਕ ਹੋਇਆ ਹੋਵੇਗਾ, ਕਿਉਂਕਿ ਨਿੱਕੀਆਂ ਜਿਹੀਆਂ ਜਿੰਦਾਂ ਤੇ ਵੱਡਾ ਜਿਹਾ ਸਾਕਾ, ਇੰਨਾ ਵੱਡਾ ਸਾਕਾ ਕਿ ਜਿਹਨੇ ਸਾਡੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਤੇ ਮਾਤਾ, ਅਸੀਂ ਅਕਸਰ ਸੁਣਦੇ ਹਾਂ ਕਿ ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ। ਦਾਦੀਆਂ ਨੂੰ ਆਪਣੇ ਪੁੱਤ ਦੇ ਨਾਲੋਂ ਪੁੱਤ ਪੋਤਰੇ ਪਿਆਰੇ ਹੋ ਜਾਂਦੇ ਆ, ਲੇਕਿਨ ਉਸ ਦਾਦੀ ਮਾਂ ਨੇ ਕਲਗੀਆਂ ਲਾ ਕੇ ਉਹਨਾਂ ਨੂੰ ਲਾੜਿਆਂ ਦੀ ਤਰ੍ਹਾਂ ਸਜਾ ਕੇ ਸ਼ਹੀਦ ਹੋਣ ਦੇ ਲਈ ਭੇਜ ਦਿੱਤਾ। ਅਸੀਂ ਅਜਿਹੀ ਇਸ ਦੇ ਬਾਅਦ ਕੋਈ ਲਾਸਾਨੀ ਸ਼ਹਾਦਤ ਵੇਖਾਂਗੇ? ਵੇਖ ਨਹੀਂ ਸਕਦੇ, ਲੇਕਿਨ ਆਪਣੇ ਬੱਚਿਆਂ ਨੂੰ ਇਸ ਸ਼ਹਾਦਤ ਬਾਰੇ ਸੁਣਾ ਤਾਂ ਸਕਦੇ ਹਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਚੇਤਾ ਰੱਖੇ ਕਿ ਕੀ ਸਾਡੇ ਭਰਾਵਾਂ ਨੇ, ਸਾਡੇ ਵੱਡੇ ਵੀਰਿਆਂ ਨੇ ਕੀ ਕੀਤਾ ਸਾਡੇ ਦੇ ਲਈ, ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਦਿਨ ਨੇ, ਜਿੰਨਾ ਹੋ ਸਕਦਾ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਦੇ ਅੰਦਰ ਸਾਡੇ ਨੇ ਸ਼ਹੀਦਾਂ ਨੂੰ ਪਲ ਪਲ ਦੇ ਲਈ ਯਾਦ ਕਰੋ। ਇੱਕ ਮਿੰਟ ਵੀ ਇਹਨਾਂ ਨੂੰ ਨਾ ਵਿਸਾਰੋ। ਅਗਰ ਤੁਸੀਂ ਇਹਨਾਂ ਦੇ ਨਾਲ ਜੋੜ ਕੇ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ, ਕਿਉਂਕਿ ਉਹਨਾਂ ਨੂੰ ਗੁੜਤੀ ਇਸ ਚੀਜ਼ ਦੀ ਮਿਲੀ ਸੀ, ਇਸ ਦੇ ਲਈ ਉਹ ਨਹੀਂ ਡੋਲੇ। ਅਗਰ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂਆਤ ਤੋਂ ਇਹ ਦੱਸਣਾ ਸ਼ੁਰੂ ਕਰਾਂਗੇ ਤਾਂ ਚਾਹੇ ਜਿੰਨੀ ਮਰਜ਼ੀ ਸੰਗਤ ਦੇ, ਬੁਰੀ ਸੰਗਤ ਦੇ ਅੰਦਰ ਸਾਡਾ ਬੱਚਾ ਬੈਠ ਜਾਵੇ, ਉਹ ਕਦੀ ਡੋਲੇਗਾ ਨਹੀਂ, ਕਿਉਂਕਿ ਉਹਨਾਂ ਨੂੰ ਗੁੜਤੀ ਆਪਣੇ ਵੱਡੇ ਭਰਾਵਾਂ ਦੀ ਮਿਲੀ ਹੋਏਗੀ, ਸਾਹਿਬਜ਼ਾਦਿਆਂ ਦੀ ਮਿਲੀ ਹੋਏਗੀ, ਸਿੱਖ ਕੌਮ ਦੀ ਮਿਲੀ ਹੋਏਗੀ। ਤਾਂ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ, ਕਿਉਂਕਿ ਅਸੀਂ ਹੁਣ ਦੇਖਦੇ ਹਾਂ ਨਾ ਕਿ ਸਰਹੰਦ ਦੇ ਅੰਦਰ, ਅਸੀਂ ਪੰਜਾਬ ਦੇ ਅੰਦਰ ਵੀ ਚਲੇ ਜਾਓ ਕਿ ਇਹ ਜਿਹੜੇ ਮਹੀਨੇ ਨੇ ਨਾ, ਲੋਕ ਭੁੰਜੇ ਪੈਣਾ ਸ਼ੁਰੂ ਕਰ ਦਿੰਦੇ ਆ। ਭੁੰਜੇ ਪੈਣ ਦੇ ਨਾਲ ਅਸੀਂ ਸੋਚਦੇ ਭੁੰਜੇ ਪੈਣ ਦੇ ਨਾਲ ਕੋਈ ਇਹ ਨਹੀਂ ਹੋ ਜਾਂਦਾ ਕਿ ਅਸੀਂ ਉਹਨਾਂ ਨੂੰ ਕੋਈ ਸ਼ਰਧਾਂਜਲੀਆਂ ਦੇ ਫੁੱਲ ਭੇਂਟ ਕਰ ਰਹੇ ਨੇ। ਅਸੀਂ ਉਸ ਠੰਡ ਨੂੰ ਮਹਿਸੂਸ ਕਰੀਏ ਜਿਹੜੀ ਉਹਨਾਂ ਨੇ ਠੰਡੇ ਬੁਰਜ ਦੇ ਅੰਦਰ ਹੰਢਾਈ ਆ। ਮਹਿਸੂਸ ਕਰ, ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਉਹ ਚੀਜ਼ ਨੂੰ ਅਸੀਂ ਜਲਦੀ ਮੰਨਦੇ ਹਾਂ। ਤੇ ਇਸ ਦੇ ਲਈ ਸਾਨੂੰ ਇਹ ਕਰਨਾ ਚਾਹੀਦਾ ਕਿ ਪੋਹ ਦੇ ਮਹੀਨੇ ਆਪਣੇ ਬੱਚਿਆਂ ਨੂੰ ਵਧੀਆ ਸੇਧ ਦਿਓ। ਬਾਬਾ ਜੀ ਦਾ ਇਤਿਹਾਸ, ਗੁਰੂ ਸਾਹਿਬ ਦੇ ਪਰਿਵਾਰ ਦਾ ਇਤਿਹਾਸ ਪਲ ਪਲ ਸੁਣਾਉਂਦੇ ਰਹੋ। ਪੂਰੀ ਹਰ ਇੱਕ ਚੀਜ਼ ਦੇ ਨਾਲੋਂ ਬੱਚੇ ਨੂੰ ਕੱਟ ਕਰਕੇ ਇਧਰਲੇ ਪਾਸੇ ਲੈ ਕੇ ਜਾਓ। ਔਰ ਸਭ ਤੋਂ ਵੱਡਾ ਜਿਹੜਾ ਰੋਲ ਆ, ਸਭ ਤੋਂ ਵੱਡਾ ਜਿਹੜਾ ਇੱਥੇ ਫਰਜ਼ ਬਣਦਾ, ਉਹ ਹੈ ਇੱਕ ਮਾਂ ਦਾ। ਜੇ ਅਸੀਂ ਉਸ ਨੂੰ, ਬੱਚੇ ਨੂੰ ਪਹਿਲਾ ਸ਼ਬਦ ਮਾਂ ਜਾਂ ਬਾਪ ਕਹਿਣਾ ਸਿਖਾਉਂਦੇ ਆ, ਅਸੀਂ ਉਸ ਨੂੰ ਪਹਿਲਾ ਸ਼ਬਦ ਸਿਖਾਈਏ ਵਾਹਿਗੁਰੂ ਕਹਿਣਾ, ਤਾਂ ਮੈਨੂੰ ਨਹੀਂ ਲੱਗਦਾ ਉਸ ਬੱਚੇ ਦੀ ਨੀਂਹ ਕਦੀ ਕਮਜ਼ੋਰ ਹੋ ਜਾਵੇਗੀ। ਇਤਨੀ ਕੀ ਬੇਨਤੀਆਂ ਸਵੀਕਾਰ ਕਰਿਓ ਅਤੇ ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਵੀ ਖਿਮਾ ਬਖਸ਼ਿਓ ਜੀ। ਔਰ ਅਸੀਂ ਭਾਈ ਸਾਹਿਬ ਜੀ ਪਾਸੋਂ ਅਗਲਾ ਸਾਕਾ ਅਸੀਂ ਮਾਛੀਵਾੜੇ ਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਚਮਕੌਰ ਦੀ ਗੜੀ ਦੇ ਬਾਹਰ ਜਦੋਂ ਪੂਰਾ ਉਹਨਾਂ ਦੇ ਲਾਲ ਸ਼ਹੀਦ ਹੋ ਗਏ ਸੀ ਅਤੇ ਗੁਰੂ ਸਾਹਿਬ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਚਲੇ ਗਏ ਸੀ। ਕੈਸਾ ਬਿਰਤਾਂਤ, ਕੈਸਾ ਹਾਲ ਆਪਣੇ ਸ਼ਹੀਦਾਂ ਪੁੱਤਰਾਂ ਦੀ ਸ਼ਹੀਦੀ ਦਾ ਸੁਣ ਕੇ, ਕਿਉਂਕਿ ਇੱਕ ਵੀ ਲਾਲ ਉਹਨਾਂ ਨੇ ਨਹੀਂ ਲੁਕੋਇਆ। ਅਸੀਂ ਕਹਿੰਦੇ ਹਾਂ ਕਿ ਇਸ ਟਾਈਮ ਜਿਹੜੀ ਇੱਕ ਮਾਂ ਹੁੰਦੀ ਹੈ ਨਾ, ਅਸੀਂ ਇੱਕ ਬੱਚੇ ਦੀ ਮਾਂ ਨੂੰ ਵੀ ਕਹਿੰਦੇ ਹਾਂ ਇੱਕ ਅੱਖ ਤੋਂ ਕਾਣੀ ਮਾਂ, ਲੇਕਿਨ ਉਹਨਾਂ ਦੇ 4 ਸੀ। ਉਹਨਾਂ ਨੇ ਇੱਕ ਵੀ ਨਹੀਂ ਲੁਕੋਇਆ ਕਿ ਇੱਕ ਨੂੰ ਰੱਖ ਲੈਂਦੇ ਔਰ ਆਪਣਾ ਵੰਸ਼ ਵਧਾਉਂਦੇ, ਪਰ ਉਹਨਾਂ ਨੇ ਸਾਡੇ ਲਈ ਅਜਿਹਾ ਕੀਤਾ। ਤਾਂ ਅਸੀਂ ਹੁਣ ਅੱਗੇ ਭਾਈ ਸਾਹਿਬ ਜੀ ਪਾਸੋਂ ਮਾਛੀਵਾੜੇ ਦੇ ਜੰਗਲਾਂ ਦਾ, ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਸਮਾਂ ਲੰਘਾਇਆ, ਉਹ ਸਾਰਾ ਬਿਰਤਾਂਤ ਸਰਵਣ ਕਰਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਂਗੇ ਜ਼ਰੂਰ ਦਾਦੀਏ, ਰੱਖੀ ਢੀਕ ਅਸੀਂ ਆਵਾਂਗੇ ਜ਼ਰੂਰ ਦਾਦੀਏ। ਰੰਗ